ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਟੂ ਡੋਰ ਸਟੈਪ ਐਜੂਕੇਸ਼ਨ ਪੁਆਇੰਟ। ਅੱਜ ਦੀ ਵੀਡੀਓ ਵਿੱਚ ਪੰਜਾਬੀ ਪੈਡਾਗੋਜੀ ਦੇ ਕੁਝ ਪ੍ਰਸ਼ਨਾਂ ਨੂੰ ਡਿਸਕਸ ਕਰਨ ਜਾ ਰਹੇ ਹਾਂ। ਐਂਡ ਦੋਸਤੋ, ਇੱਕ ਸਵਾਲ ਤੁਹਾਡੇ ਦੁਆਰਾ ਪੁੱਛਿਆ ਜਾਂਦਾ ਕਿ ਸਰ ਕੀ ਅਸੀਂ ਇਹਨਾਂ ਪ੍ਰਸ਼ਨਾਂ ਨੂੰ ਹੱਲ ਕਰ ਲਈਏ ਤਾਂ ਆਪਣਾ ਪੀਐਸ ਟੈਟ ਦਾ ਪੇਪਰ ਕਲੀਅਰ ਹੋ ਸਕਦਾ ਆ। ਸੋ ਮੇਰੀ ਇੱਕ ਗੱਲ ਧਿਆਨ ਨਾਲ ਸੁਣਿਓ, ਪੰਜਾਬੀ ਅਤੇ ਅੰਗਰੇਜ਼ੀ ਪੈਡਾਗੋਜੀ ਦਾ ਜਿਹੜਾ ਸਿਲੇਬਸ ਹੁੰਦਾ ਆ ਉਹ ਕਾਫੀ ਲਿਮਟਿਡ ਹੁੰਦਾ ਆ। ਪ੍ਰੀਵੀਅਸ ਈਅਰ ਜੇ ਤੁਸੀਂ ਪ੍ਰਸ਼ਨਾਂ 'ਤੇ ਨਿਗਾਹ ਮਾਰਦੇ ਹੋ, ਉਹਨਾਂ ਦੇ ਵਿੱਚ ਹੀ ਤੁਹਾਡੇ ਜਿਹੜੇ ਸਾਰੇ ਟੌਪਿਕ ਨੇ ਲਗਭਗ ਉਹ ਕਵਰ ਹੋ ਜਾਂਦੇ ਆ। ਜੇਕਰ ਤੁਸੀਂ ਇਹਨਾਂ ਪੁਰਾਣੇ ਪ੍ਰਸ਼ਨਾਂ ਨੂੰ ਧਿਆਨ ਨਾਲ ਹੱਲ ਕਰਦੇ ਹੋ ਤਾਂ ਮੈਂ ਸਮਝਦਾ ਕਿ ਤੁਸੀਂ ਕਾਫੀ ਹੱਦ ਤੱਕ ਆਪਣਾ ਜਿਹੜਾ ਸਿਲੇਬਸ ਹੈਗਾ ਜੀ ਉਹ ਕਵਰ ਕਰ ਸਕਦੇ ਹੋ। ਸੋ ਦੋਸਤੋ, ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ। ਐਂਡ ਦੋਸਤੋ, ਅੱਜ ਦੀ ਕਲਾਸ ਦੀ PDF ਨੂੰ ਪ੍ਰਾਪਤ ਕਰਨ ਦੇ ਲਈ ਆਪਣਾ ਟੈਲੀਗ੍ਰਾਮ ਚੈਨਲ ਜਿਹਦਾ ਨਾਮ ਹੈਗਾ ਜੀ ਡੋਰ ਸਟੈਪ ਐਜੂਕੇਸ਼ਨ ਪੁਆਇੰਟ, ਉਹਨੂੰ ਜ਼ਰੂਰ ਜੁਆਇਨ ਕਰ ਲਿਓ। ਕੁਝ 15 ਕੁ ਪ੍ਰਸ਼ਨ ਹੋਣਗੇ ਜੀ ਆਪਣੀ ਕਲਾਸ ਦੇ ਵਿੱਚ। ਐਂਡ ਇਸ ਤੋਂ ਪਹਿਲਾਂ ਆਪਾਂ 90 ਪ੍ਰਸ਼ਨ ਡਿਸਕਸ ਕਰ ਚੁੱਕੇ ਹਾਂ। ਸੋ ਦੋਸਤੋ, ਪਹਿਲਾ ਜਿਹੜਾ ਪ੍ਰਸ਼ਨ ਹੈਗਾ ਜੀ, ਐਂਡ ਮੇਰੇ ਜਵਾਬ ਦੇਣ ਤੋਂ ਪਹਿਲਾਂ ਤੁਸੀਂ ਕੋਸ਼ਿਸ਼ ਕਰਿਓ ਕਮੈਂਟ ਸੈਕਸ਼ਨ ਵਿੱਚ ਸਹੀ ਜਵਾਬ ਦੇਣ ਦੀ, ਸੋ ਤੁਹਾਡਾ ਕੌਨਫੀਡੈਂਸ ਲੈਵਲ ਵੀ ਵਧੇਗਾ। ਐਂਡ ਲਾਸਟ ਤੇ ਦੱਸ ਕੇ ਵੀ ਜਾਇਓ ਤੁਹਾਡੇ 15 ਵਿੱਚੋਂ ਨੰਬਰ ਕਿੰਨੇ ਬਣੇ ਨੇ। ਪਹਿਲਾ ਜਿਹੜਾ ਪ੍ਰਸ਼ਨ ਹੈਗਾ ਜੀ, ਬੱਚਿਆਂ ਦੇ ਵਿਕਾਸ ਦੀ ਗੱਲ ਕੀਤੀ ਜਾ ਰਹੀ ਹੈ ਕਿ ਵਿਕਾਸ ਤੇ ਨਿਰਮਾਣ ਦਾ ਜਿਹੜਾ ਕੰਮ ਹੈਗਾ ਜੀ ਇਹ ਕਿਹਦਾ ਆ? ਕੀ ਇਹ ਕੰਮ ਸਿਰਫ ਸਕੂਲਾਂ ਦਾ ਆ, ਜਾਂ ਫਿਰ ਇਹ ਮਾਂ ਦਾ ਕੰਮ ਹੈ, ਜਾਂ ਫਿਰ ਪਿਓ ਦਾ ਕੰਮ ਹੈ ਬੱਚਿਆਂ ਦਾ ਵਿਕਾਸ ਕਰਨਾ, ਜਾਂ ਫਿਰ ਪਰਿਵਾਰ ਤੇ ਅਧਿਆਪਕ ਦੋਨਾਂ ਦਾ ਹੀ ਕੰਮ ਹੈਗਾ ਆ? ਬੱਚਿਆਂ ਦੇ ਵਿਕਾਸ ਦੀ ਗੱਲ ਕੀਤੀ ਜਾ ਰਹੀ ਹੈ। ਵਿਕਾਸ ਦਾ ਜਿਹੜਾ ਕੰਮ ਹੈਗਾ ਜੀ, ਕੇਵਲ ਤਾਂ ਜਿੱਥੇ ਲੱਗਿਆ ਹੋਇਆ ਕਿ ਕੇਵਲ ਸਕੂਲ ਤਾਂ ਕਰਦੇ ਨਹੀਂ ਇਹ ਕੰਮ, ਨਾ ਹੀ ਮਾਪਿਓ ਕਰਦੇ ਆ। ਇਹ ਕੰਮ ਜਿਹੜਾ ਕੀਤਾ ਜਾਂਦਾ ਆ ਪਰਿਵਾਰ ਵੀ ਕਰਦਾ ਆ ਤੇ ਟੀਚਰ ਵੀ ਕਰਦੇ ਆ ਸਕੂਲਾਂ ਦੇ ਵਿੱਚ। ਸੋ ਆਪਸ਼ਨ ਨੰਬਰ ਡੀ ਜਵਾਬ ਨੂੰ ਤੁਸੀਂ ਲਗਾਉਣਾ ਹੈ ਟਿਕ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਦੇ ਉੱਤੇ। ਅਗਲਾ ਜਿਹੜਾ ਪ੍ਰਸ਼ਨ ਹੈ, ਅਧਿਆਪਕ ਬਣਨ ਦੇ ਲਈ ਕੀ ਜਿਹੜੀ ਚੀਜ਼ ਹੈਗੀ ਜੀ ਜ਼ਰੂਰੀ ਹੈਗੀ ਹੈ? ਤੁਸੀਂ ਵੀ ਟੀਚਰ ਬਣਨ ਜਾ ਰਹੇ ਹੋ, ਟੀਚਰ ਬਣਨ ਦੇ ਲਈ ਕਿਹੜੀ ਚੀਜ਼ ਜ਼ਰੂਰੀ ਹੈ? ਕੁਆਲੀਫਿਕੇਸ਼ਨ ਦੀ ਗੱਲ ਕੀਤੀ ਜਾ ਰਹੀ ਹੈ ਪਹਿਲੀ ਆਪਸ਼ਨ ਦੇ ਵਿੱਚ ਕਿ ਲੋੜੀਂਦੀ ਵਿਦਿਅਕ ਯੋਗਤਾ ਜ਼ਰੂਰੀ ਹੈ, ਲੋੜੀਂਦੀ ਟ੍ਰੇਨਿੰਗ ਜ਼ਰੂਰੀ ਹੈ, ਮਨੋਵਿਗਿਆਨ ਦੀ ਜਾਣਕਾਰੀ ਜ਼ਰੂਰੀ ਹੈ, ਜਾਂ ਫਿਰ ਉਪਰੋਕਤ ਸਾਰੇ। ਲੋੜੀਂਦੀ ਟ੍ਰੇਨਿੰਗ ਤਾਂ ਵੇਖੋ ਤੁਸੀਂ ਟੀਚਿੰਗ ਪ੍ਰੈਕਟਿਸ ਜਦੋਂ ਕੀਤੀ ਸੀਗੀ ਉਦੋਂ ਤੁਹਾਨੂੰ ਮਿਲ ਗਈ ਸੀਗੀ। ਮਨੋਵਿਗਿਆਨ ਦੀ ਜਿਹੜੀ ਜਾਣਕਾਰੀ ਹੈਗੀ ਹੈ ਜੀ ਜਦੋਂ ਤੁਸੀਂ ਟੈਟ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਹੋ ਜਾਂ ਫਿਰ ਬੀਐਡ ਜਾਂ ਫਿਰ ਈਟੀਟੀ ਦਾ ਕੋਰਸ ਕਰਦੇ ਹੋ, ਉਦੋਂ ਵੀ ਤੁਹਾਨੂੰ ਮਨੋਵਿਗਿਆਨ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਸੋ ਮਤਲਬ ਕਿਤੇ ਨਾ ਕਿਤੇ ਇਹ ਤਿੰਨੇ ਚੀਜ਼ਾਂ ਤੁਹਾਡੇ ਨਾਲ ਰਿਲੇਟਡ ਨੇ। ਸੋ ਆਪਸ਼ਨ ਨੰਬਰ ਜਿਹੜਾ ਡੀ ਜਵਾਬ ਹੋਊਗਾ ਜੀ ਕਿ ਉਪਰੋਕਤ ਸਾਰੇ। ਇਹਨੂੰ ਤੁਸੀਂ ਲਗਾ ਸਕਦੇ ਹੋ ਟਿਕ ਕਿ ਅਧਿਆਪਕ ਬਣਨ ਦੇ ਲਈ ਸਾਰੀਆਂ ਚੀਜ਼ਾਂ ਜ਼ਰੂਰੀ ਨੇ। ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਸਿੱਖਿਆ ਦਾ ਜਿਹੜਾ ਮੁੱਖ ਉਦੇਸ਼ ਹੈਗਾ ਜੀ ਉਹ ਕੀ ਹੈ? ਸਿੱਖਿਆ ਦਾ ਮੁੱਖ ਉਦੇਸ਼ ਕੀ ਹੈਗਾ ਜੀ? ਵਿਦਿਆਰਥੀਆਂ ਨੂੰ ਕੀ ਕਰਨਾ? ਅਨੁਸ਼ਾਸਨ ਵਿੱਚ ਰਹਿਣਾ ਸਿਖਾਉਣਾ, ਕਿ ਡਿਸਪਲਿਨ ਵਿੱਚ ਆਪਾਂ ਬੱਚਿਆਂ ਨੂੰ ਰੱਖਣਾ ਆ, ਜਾਂ ਫਿਰ ਵਿਵੇਕ ਸਿਖਾਉਣਾ। ਵਿਵੇਕ ਤੁਸੀਂ ਸਮਝ ਨੂੰ ਕਹਿ ਸਕਦੇ ਹੋ। ਆਗਿਆ ਪਾਲਣ ਕਰਨਾ ਸਿਖਾਉਣਾ, ਕਿ ਓਬੀਡੈਂਟ ਰਹੋ ਬੱਚਿਓ, ਜੋ ਕਹਿਣਾ ਮੰਨੋ ਸਾਰਿਆਂ ਦਾ, ਜਾਂ ਫਿਰ ਆਪਸ਼ਨ ਨੰਬਰ ਡੀ ਕਾਰੋਬਾਰ ਸਿਖਾਉਣਾ। ਸਹੀ ਜਵਾਬ ਦੀ ਮੈਂ ਗੱਲ ਕਰਦਾ ਹਾਂ ਕਿ ਸਿੱਖਿਆ ਦਾ ਜਿਹੜਾ ਮੁੱਖ ਉਦੇਸ਼ ਹੈਗਾ ਜੀ, ਅਨੁਸ਼ਾਸਨ ਦੀ ਵੀ ਆਪਾਂ ਗੱਲ ਕਰਦੇ ਹਾਂ, ਆਗਿਆ ਪਾਲਣ ਦੀ ਵੀ ਗੱਲ ਕਰਦੇ ਹਾਂ, ਬਟ ਆਪਸ਼ਨ ਨੰਬਰ ਜਿਹੜਾ ਬੀ ਜਵਾਬ ਹੈਗਾ ਜੀ ਕਿ ਵਿਵੇਕ ਸਿਖਾਉਣਾ, ਇਹ ਸਭ ਤੋਂ ਜ਼ਿਆਦਾ ਜ਼ਰੂਰੀ ਗੱਲ ਹੈਗੀ ਆ। ਆਪਸ਼ਨ ਨੰਬਰ ਬੀ ਜਵਾਬ ਨੂੰ ਤੁਸੀਂ ਲਗਾ ਸਕਦੇ ਹੋ ਟਿਕ। ਐਂਡ ਇਹਦੇ ਨਾਲ ਹੀ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ ਜਿਹਦੇ ਵਿੱਚ ਤੁਹਾਡੇ ਤੋਂ ਪੁੱਛਿਆ ਜਾ ਰਿਹਾ, ਬੱਚੇ ਵਿੱਚ ਭਾਸ਼ਾ ਦਾ ਜਿਹੜਾ ਵਿਕਾਸ ਹੈਗਾ ਜੀ ਉਹਦੀ ਗੱਲ ਕੀਤੀ ਜਾ ਰਹੀ ਹੈ। ਕੁਝ ਹੱਦ ਤੱਕ ਜਨਮ ਤੋਂ ਹੀ ਹੁੰਦਾ ਹੈ। ਆਪਸ਼ਨ ਨੰਬਰ ਬੀ 5 ਸਾਲ ਤੋਂ ਹੁੰਦਾ ਹੈ, ਜਾਂ ਫਿਰ ਆਪਸ਼ਨ ਨੰਬਰ ਸੀ ਸਿਰਫ ਵਿਕਸਿਤ ਸ਼ਬਦ ਭੰਡਾਰ ਨਾਲ ਹੁੰਦਾ ਹੈ, ਜਾਂ ਫਿਰ ਆਪਸ਼ਨ ਨੰਬਰ ਡੀ ਲਿਖਣ ਦੀ ਪ੍ਰੈਕਟਿਸ ਨਾਲ ਹੁੰਦਾ ਹੈ। ਸਹੀ ਜਵਾਬ ਦੀ ਗੱਲ ਕਰਦੇ ਹਾਂ, ਬੱਚੇ ਵਿੱਚ ਜਿਹੜਾ ਭਾਸ਼ਾ ਦਾ ਵਿਕਾਸ ਹੈਗਾ ਜੀ ਕਹਿ ਲਓ ਵੀ ਕੁਝ ਹੱਦ ਤੱਕ ਜਨਮ ਤੋਂ ਹੀ ਹੁੰਦਾ ਹੈ। ਆਪਸ਼ਨ ਨੰਬਰ ਏ ਜਵਾਬ ਤੁਸੀਂ ਲਗਾਓਗੇ ਟਿਕ। ਐਂਡ ਐਲੀਮੀਨੇਸ਼ਨ ਮੈਥਡ ਦੀ ਵੀ ਵਰਤੋਂ ਕਰ ਸਕਦੇ ਹੋ ਤੁਸੀਂ। ਇਕੱਲੇ ਲਿਖਣ ਦੀ ਪ੍ਰੈਕਟਿਸ ਨਾਲ ਤਾਂ ਦੇਖੋ ਭਾਸ਼ਾ ਦਾ ਵਿਕਾਸ ਹੁੰਦਾ ਨਹੀਂ, ਜਾਂ ਫਿਰ ਸਿਰਫ ਵਿਕਸਿਤ ਸ਼ਬਦ ਭੰਡਾਰ ਨਾਲ ਵੀ ਨਹੀਂ ਹੁੰਦਾ। 5 ਸਾਲ ਤੋਂ ਹੋਣ ਦਾ ਮਤਲਬ ਇਹ ਹੈ ਕਿ ਬੱਚਾ ਕੀ 5 ਸਾਲ ਤੋਂ ਪਹਿਲਾਂ ਕੁਝ ਸਿੱਖਦਾ ਹੀ ਨਹੀਂ? ਬਿਲਕੁਲ ਗਲਤ ਲਿਖੀ ਹੋਈ ਹੈ ਗੱਲ। ਸੋ ਆਪਸ਼ਨ ਨੰਬਰ ਏ ਜਵਾਬ ਨੂੰ ਤੁਸੀਂ ਲਗਾ ਸਕਦੇ ਹੋ ਟਿਕ। ਐਂਡ ਇਹਦੀ ਗੱਲ ਨੋਮ ਚੋਮਸਕੀ ਦੁਆਰਾ ਵੀ ਕੀਤੀ ਜਾਂਦੀ ਸੀਗੀ। ਉਹ ਕਹਿੰਦੇ ਸੀਗੇ ਕਿ ਬੱਚੇ ਕੋਲ ਕੁਝ ਆਈਨੇਟ ਆਈਡੀਆਜ਼ ਹੁੰਦੇ ਹੈਗੇ ਆ, ਆਈਨੇਟ ਕੈਪੇਬਿਲਿਟੀਜ਼ ਹੁੰਦੀਆਂ ਨੇ ਜਿਹਦੇ ਨਾਲ ਬੱਚਾ ਭਾਸ਼ਾ ਸਿੱਖਦਾ ਆ। ਐਂਡ ਬੱਚਾ ਜਨਮ ਤੋਂ ਹੀ ਇਹਨਾਂ ਚੀਜ਼ਾਂ ਨੂੰ ਨਾਲ ਲੈ ਕੇ ਪੈਦਾ ਹੁੰਦਾ ਆ। ਸੋ ਆਪਸ਼ਨ ਨੰਬਰ ਏ ਜਵਾਬ ਨੂੰ ਲਗਾਓ ਟਿਕ। ਹੁਣ ਪ੍ਰਸ਼ਨ ਪੁੱਛਿਆ ਜਾ ਰਿਹਾ, ਸਭ ਤੋਂ ਪਹਿਲਾਂ ਬੱਚਾ ਕਿਸ ਦੇ ਸੰਪਰਕ ਵਿੱਚ ਆਉਂਦਾ ਹੈ? ਪਰਿਵਾਰ, ਸਮਾਜ, ਸਕੂਲ, ਜਾਂ ਫਿਰ ਰਾਜਨੀਤੀ। ਸਭ ਤੋਂ ਪਹਿਲਾਂ ਜਿਹੜਾ ਬੱਚਾ ਹੈਗਾ ਜੀ ਸਮਾਜ, ਸਕੂਲ ਤੇ ਰਾਜਨੀਤੀ ਵਿੱਚ ਤਾਂ ਆਉਂਦਾ ਨਹੀਂ, ਪਰਿਵਾਰ ਵਿੱਚ ਜਨਮ ਲੈਂਦਾ ਤੇ ਪਰਿਵਾਰ ਦੇ ਸੰਪਰਕ ਵਿੱਚ ਹੀ ਆਉਂਦਾ ਆ। ਸੋ ਆਪਸ਼ਨ ਨੰਬਰ ਇਹ ਜਵਾਬ ਨੂੰ ਤੁਸੀਂ ਲਗਾਉਣਾ ਹੈ ਟਿਕ ਕਿ ਬੱਚਾ ਸਭ ਤੋਂ ਪਹਿਲਾਂ ਪਰਿਵਾਰ ਦੇ ਸੰਪਰਕ ਵਿੱਚ ਆਉਂਦਾ ਆ। ਆਪਸ਼ਨ ਨੰਬਰ ਇਹ ਜਵਾਬ ਨੂੰ ਟਿਕ ਲਗਾਉਣ ਤੋਂ ਬਾਅਦ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਦੇ ਉੱਤੇ। ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ, ਵਿਅੰਜਨ ਦੇ ਦੋਹਰੇ ਉਚਾਰਨ ਲਈ ਆਪਾਂ ਵਰਤਦੇ ਕੀ ਹੈਗੇ ਆ? ਵਿਅੰਜਨ ਦੇ ਦੋਹਰੇ ਉਚਾਰਨ ਦੀ ਗੱਲ ਕੀਤੀ ਜਾ ਰਹੀ ਹੈ ਵੀ ਡਬਲ ਆਵਾਜ਼ ਆਊਗੀ ਉਸ ਵਿਅੰਜਨ ਦੀ।
ਕੀ ਉਹਦੇ ਲਈ ਤੁਸੀਂ ਬਿੰਦੀ ਵਰਤਦੇ ਹੋ, ਟਿੱਪੀ ਵਰਤਦੇ ਹੋ, ਅੱਧਕ ਜਾਂ ਫਿਰ ਸਿਆਰੀ। ਸਹੀ ਜਵਾਬ ਦੀ ਗੱਲ ਕਰਦੇ ਹਾਂ, ਵਿਅੰਜਨ ਦੇ ਦੋਹਰੇ ਉਚਾਰਨ ਦੇ ਲਈ ਤੁਸੀਂ ਵਰਤੋਂ ਕਰਦੇ ਹੋ ਜੀ ਅੱਧਕ ਦੀ। ਆਪਸ਼ਨ ਨੰਬਰ ਸੀ ਜਵਾਬ ਹੈਗਾ ਜੀ, ਇਹਨੂੰ ਤੁਸੀਂ ਲਗਾ ਸਕਦੇ ਹੋ ਸਹੀ। ਆਪਸ਼ਨ ਨੰਬਰ ਸੀ ਜਵਾਬ ਤੇ ਟਿਕ ਲਗਾਇਓ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਦੇ ਉੱਤੇ। ਸੰਚਾਰ ਮਾਧਿਅਮ ਤੇਜ਼ ਹੁੰਦਾ ਹੈ, ਕਿਵੇਂ ਹੁੰਦਾ ਹੈ ਸੰਚਾਰ ਮਾਧਿਅਮ? ਕਮਿਊਨੀਕੇਸ਼ਨ ਦੀ ਗੱਲ ਕੀਤੀ ਜਾ ਰਹੀ ਆ। ਕਮਿਊਨੀਕੇਸ਼ਨ ਤੇਜ਼ ਹੁੰਦਾ ਆ ਵਿਚਾਰ ਵਟਾਂਦਰੇ ਦੇ ਨਾਲ, ਗੱਲਬਾਤ ਕਰਨ ਦੇ ਨਾਲ, ਜਾਂ ਫਿਰ ਭਾਸ਼ਣ ਦੇ ਨਾਲ। ਤੁਸੀਂ ਜਦੋਂ ਕੋਈ ਲੈਕਚਰ ਦੇ ਰਹੇ ਹੋ, ਜਾਂ ਫਿਰ ਪਾਠ ਪੜ੍ਹਾਉਣ ਦੇ ਨਾਲ ਹੋਊਗਾ, ਜਦੋਂ ਆਪਾਂ ਕੋਈ ਲੈਸਨ ਪੜ੍ਹਾਵਾਂਗੇ ਬੱਚਿਆਂ ਨੂੰ, ਜਾਂ ਫਿਰ ਪ੍ਰੋਜੈਕਟ ਵਿਧੀ ਦੇ ਨਾਲ। ਪ੍ਰੋਜੈਕਟ ਵਿਧੀ, ਪਾਠ ਪੜ੍ਹਾਉਣ ਦੇ ਨਾਲ, ਭਾਸ਼ਣ ਦੇ ਨਾਲ। ਕੋਈ ਜ਼ਰੂਰੀ ਨਹੀਂ ਹੈ ਕਿ ਦੋਨੋਂ ਸਾਈਡ ਤੋਂ ਗੱਲਬਾਤ ਕੀਤੀ ਜਾਵੇ, ਇੱਕ ਪਰਸਨ ਤਾਂ ਜ਼ਰੂਰ ਬੋਲ ਰਿਹਾ ਹੋਊਗਾ, ਬਟ ਜਦੋਂ ਵਿਚਾਰ ਵਟਾਂਦਰੇ ਦੀ ਗੱਲ ਕਰਦੇ ਹਾਂ, ਇੱਥੇ ਸਭ ਤੋਂ ਵੱਧ ਪਾਰਟਿਸਪੇਸ਼ਨ ਹੋਊਗੀ ਸਾਰਿਆਂ ਦੀ, ਐਂਡ ਗੱਲਬਾਤ ਕੀਤੀ ਜਾਊਗੀ, ਵਿਚਾਰ ਸਾਂਝੇ ਕੀਤੇ ਜਾਣਗੇ ਇੱਕ ਦੂਜੇ ਦੇ ਨਾਲ। ਸੋ ਆਪਸ਼ਨ ਨੰਬਰ ਜਿਹੜਾ ਇਹ ਜਵਾਬ ਹੈਗਾ ਜੀ, ਇਹ ਤੁਹਾਡਾ ਬਿਲਕੁਲ ਸਹੀ ਜਵਾਬ ਹੈ ਕਿ ਸੰਚਾਰ ਮਾਧਿਅਮ ਤੇਜ਼ ਹੋਊਗਾ ਵਿਚਾਰ ਵਟਾਂਦਰੇ ਨਾਲ। ਪੰਜਾਬੀ ਭਾਸ਼ਾ ਦੀ ਜਿਹੜੀ ਲਿਪੀ ਹੈਗੀ ਹੈ ਜੀ, ਉਹ ਕਿਹੜੀ ਹੈ? ਕੀ ਇਹਦਾ ਨਾਮ ਦੇਵਨਾਗਰੀ ਹੈ, ਰੋਮਨ ਹੈ, ਗੁਰਮੁਖੀ ਹੈ, ਜਾਂ ਫਿਰ ਉਪਰੋਕਤ ਵਿੱਚੋਂ ਕੋਈ ਨਹੀਂ। ਸਹੀ ਜਵਾਬ ਦੀ ਗੱਲ ਕਰਦੇ ਹਾਂ, ਦੇਵਨਾਗਰੀ ਜਿਹੜੀ ਲਿਪੀ ਹੈਗੀ ਆ, ਇਹ ਹੈਗੀ ਆ ਜੀ ਹਿੰਦੀ ਦੀ। ਰੋਮਨ ਲਿਪੀ ਹੈਗੀ ਆ ਜੀ ਅੰਗਰੇਜ਼ੀ ਦੀ। ਐਂਡ ਜੇਕਰ ਆਪਾਂ ਗੱਲ ਕਰਦੇ ਹਾਂ ਗੁਰਮੁਖੀ, ਇਹ ਲਿਪੀ ਤੁਹਾਡੀ ਹੈਗੀ ਆ ਜੀ ਪੰਜਾਬੀ ਭਾਸ਼ਾ ਦੀ। ਸੋ ਆਪਸ਼ਨ ਨੰਬਰ ਸੀ ਜਵਾਬ ਨੂੰ ਤੁਸੀਂ ਲਗਾਓਗੇ ਟਿਕ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਦੇ ਉੱਤੇ। ਅਗਲਾ ਪ੍ਰਸ਼ਨ ਹੈਗਾ ਜੀ, ਪੰਜਾਬੀ ਦੀ ਉਪਬੋਲੀ ਮਾਝੀ ਕਿੱਥੇ ਕਿੱਥੇ ਬੋਲੀ ਜਾਂਦੀ ਹੈ? ਐਂਡ ਪਿਛਲੇ ਕੁਝ ਟਾਈਮ ਤੋਂ ਇਸ ਟੌਪਿਕ ਤੋਂ ਵਾਰ-ਵਾਰ ਪ੍ਰਸ਼ਨ ਪੁੱਛੇ ਜਾਂਦੇ ਆ ਜੀ, ਐਂਡ ਮੇਰੀ ਥਿਊਰੀ ਵਾਲੀ ਕਲਾਸ ਵਿੱਚ ਵੀ ਮੈਂ ਸਮਝਾਇਆ ਹੋਇਆ, ਤੁਸੀਂ ਉਹ ਜ਼ਰੂਰ ਦੇਖ ਲਿਓ। ਉਪਬੋਲੀ ਜਾਂ ਉਪਭਾਸ਼ਾ ਮਾਝੀ ਹੈਗੀ ਆ ਜੀ ਕਿੱਥੇ ਕਿੱਥੇ ਬੋਲੀ ਜਾਂਦੀ ਹੈ? ਗੁਰਦਾਸਪੁਰ, ਪਟਿਆਲਾ, ਜਾਂ ਫਿਰ ਅੰਮ੍ਰਿਤਸਰ। ਆਪਸ਼ਨ ਨੰਬਰ ਬੀ ਰੋਪੜ, ਲੁਧਿਆਣਾ, ਅੰਮ੍ਰਿਤਸਰ, ਜਾਂ ਫਿਰ ਆਪਸ਼ਨ ਨੰਬਰ ਸੀ ਗੁਰਦਾਸਪੁਰ, ਅੰਮ੍ਰਿਤਸਰ, ਪੱਟੀ, ਜਾਂ ਫਿਰ ਆਪਸ਼ਨ ਨੰਬਰ ਡੀ ਕਪੂਰਥਲਾ, ਮਲੇਰਕੋਟਲਾ, ਹੁਸ਼ਿਆਰਪੁਰ। ਸਹੀ ਜਵਾਬ ਦੀ ਗੱਲ ਕਰਦੇ ਹਾਂ, ਪੰਜਾਬੀ ਦੀ ਜਿਹੜੀ ਉਪਬੋਲੀ ਮਾਝੀ ਹੈਗੀ ਆ, ਇਹ ਬੋਲੀ ਜਾਂਦੀ ਆ ਜੀ ਗੁਰਦਾਸਪੁਰ, ਅੰਮ੍ਰਿਤਸਰ ਤੇ ਪੱਟੀ। ਆਪਸ਼ਨ ਨੰਬਰ ਸੀ ਜਵਾਬ ਨੂੰ ਤੁਸੀਂ ਲਗਾ ਸਕਦੇ ਹੋ ਟਿਕ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਦੇ ਉੱਤੇ। ਅਗਲਾ ਪ੍ਰਸ਼ਨ ਹੈਗਾ ਜਿਹੜਾ ਤੁਹਾਡੇ ਤੋਂ ਪੁੱਛ ਰਿਹਾ ਕਿ ਕਿਸੇ ਭਾਸ਼ਾ ਨੂੰ ਪੜ੍ਹਨ ਲਿਖਣ ਲਈ ਬਣਾਏ ਗਏ ਨਿਯਮਾਂ ਦੇ ਸਮੂਹ ਨੂੰ ਆਪਾਂ ਕਹਿੰਦੇ ਕੀ ਆ? ਕਿ ਇਹਨੂੰ ਤੁਸੀਂ ਲਿਪੀ ਦਾ ਨਾਮ ਦਿੰਦੇ ਹੋ, ਵਰਣ ਦਾ ਨਾਮ ਦਿੰਦੇ ਹੋ, ਸਵਰ ਕਹਿੰਦੇ ਹੋ, ਜਾਂ ਫਿਰ ਵਿਆਕਰਣ ਕਹਿੰਦੇ ਹੋ। ਸੋ ਕੋਈ ਵੀ ਭਾਸ਼ਾ ਹੈਗੀ ਆ, ਪੜ੍ਹਨ ਲਿਖਣ ਲਈ ਜਿਹੜੇ ਬਣਾਏ ਗਏ ਰੂਲਸ ਹੈਗੇ ਆ ਜਾਂ ਫਿਰ ਨਿਯਮ ਹੈਗੇ ਆ, ਉਹਨਾਂ ਦੇ ਸਮੂਹ ਨੂੰ ਤੁਸੀਂ ਵਿਆਕਰਣ ਦਾ ਨਾਮ ਦਿੰਦੇ ਹੋ। ਆਪਸ਼ਨ ਨੰਬਰ ਡੀ ਜਵਾਬ ਨੂੰ ਤੁਸੀਂ ਲਗਾਓਗੇ ਟਿਕ। ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਹੋਠੀ ਧੁਨੀਆਂ ਦੀ ਗੱਲ ਕੀਤੀ ਜਾ ਰਹੀ ਆ। ਪੰਜਾਬੀ ਦੀਆਂ ਹੋਠੀ ਧੁਨੀਆਂ ਕਿਹੜੀਆਂ ਹਨ? ਸੋ ਇਹਨਾਂ ਵਿੱਚ ਤੁਸੀਂ ਸਹੀ ਜਵਾਬ ਦੱਸਣਾ ਆ। ਇੱਕ ਵਾਰ ਤੁਸੀਂ ਦੇਖ ਲਿਓ, ਤੇ ਮੈਂ ਇੱਕ ਹੋਰ ਤੁਹਾਡੇ ਕੋਲ ਪੇਜ ਵਿਖਾ ਦਿੰਦਾ ਆ, ਜਿਹਦਾ ਤੁਸੀਂ ਸਕਰੀਨਸ਼ਾਟ ਲੈ ਲੈਣਾ ਆ। ਸੋ ਤੁਸੀਂ ਇਹਦਾ ਜਿਹੜਾ ਸਕਰੀਨਸ਼ਾਟ ਹੈਗਾ ਜੀ, 2 ਹੋਠੀ ਦੇਖ ਸਕਦੇ ਹੋ, ਦੰਤੀ, ਉਲਟ ਜੀਵੀ, ਤਾਲਵੀ, ਕੰਠੀ ਤੇ ਸੁਰਯੰਤਰੀ। ਇਹਨਾਂ ਦਾ ਸਕਰੀਨਸ਼ਾਟ ਲੈ ਲਿਓ ਤਾਂ ਜੋ ਇਹਨਾਂ ਵਿੱਚੋਂ ਜੇ ਪ੍ਰਸ਼ਨ ਬਣਦਾ ਹੋਇਆ ਤਾਂ ਵੀ ਤੁਸੀਂ ਉਹਨੂੰ ਹੱਲ ਕਰ ਸਕੋ। ਪੰਜਾਬੀ ਪੀਡੀਆ ਦਾ ਪੇਜ ਹੈਗਾ ਜੀ। ਸੋ ਦੋਸਤੋ, ਸਹੀ ਜਵਾਬ ਦਾ ਤੁਹਾਨੂੰ ਪਤਾ ਲੱਗ ਗਿਆ ਹੋਣਾ। ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਬਣੇਗਾ ਜੀ, ਉਹ ਕੀ ਬਣੇਗਾ ਜੀ? ਪੱਪਾ, ਫੱਫਾ, ਬੱਬਾ, ਭੱਬਾ, ਤੱਤਾ, ਥੱਥਾ, ਦੱਦਾ, ਤੱਦਾ, ਟੈਂਕਾ, ਠੱਠਾ, ਡੱਡਾ, ਢੱਡਾ, ਕੱਕਾ, ਖੱਖਾ, ਗੱਗਾ, ਘੱਗਾ। ਸਹੀ ਜਵਾਬ ਦੀ ਗੱਲ ਕਰਦੇ ਹਾਂ ਆਪਸ਼ਨ ਨੰਬਰ ਏ। ਆਪਸ਼ਨ ਨੰਬਰ ਏ ਤੁਹਾਡਾ ਸਹੀ ਜਵਾਬ ਹੋਏਗਾ। ਇਹਨੂੰ ਤੁਸੀਂ ਹੋਠੀ ਧੁਨੀਆਂ ਕਹਿੰਦੇ ਹੋ ਕਿਉਂਕਿ ਇਹਨਾਂ ਨੂੰ ਬੋਲਣ ਲੱਗਿਆ ਦੋਨੋਂ ਲਿਪਸ ਦੀ ਜ਼ਰੂਰਤ ਪੈਂਦੀ ਆ। ਆਪਸ਼ਨ ਨੰਬਰ ਏ ਜਵਾਬ ਨੂੰ ਲਗਾਇਓ ਟਿਕ। ਟੈਂਕਾ ਕੀ ਹੈ ਜੀ? ਕੀ ਇਹ ਸਵਰ ਹੈ, ਵਿਅੰਜਨ ਹੈ, ਅਰਧ ਸਵਰ ਹੈ, ਜਾਂ ਫਿਰ ਸਵਰਵਾਹਕ ਹੈ? ਸੋ ਦੋਸਤੋ, ਟੈਂਕਾ ਜਿਹੜਾ ਅੱਖਰ ਤੁਹਾਨੂੰ ਵੇਖਣ ਨੂੰ ਮਿਲ ਰਿਹਾ, ਇਹ ਹੈਗਾ ਜੀ ਵਿਅੰਜਨ। ਆਪਸ਼ਨ ਨੰਬਰ ਬੀ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ। ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਅਫਸੋਸ ਕਿਹੜੀ ਕਿਸਮ ਦਾ ਵਿਸਮਿਕ ਹੈਗਾ ਜੀ? ਐਂਡ ਮੇਰੇ ਦੁਆਰਾ ਇੱਕ ਟੈਲੀਗ੍ਰਾਮ ਚੈਨਲ ਤੇ PDF ਭੇਜੀ ਗਈ ਆ, ਜਿਹਦੇ ਵਿੱਚੋਂ 70 ਤੋਂ 80 ਪੇਜ ਪੜ੍ਹ ਲਿਓ। ਉਹ ਸਾਰੇ ਤੁਹਾਡੇ ਗ੍ਰਾਮਰ ਦੇ ਟੌਪਿਕ ਕਵਰ ਕਰ ਦੇਣਗੇ। ਜ਼ਿਆਦਾ ਡਿਟੇਲ 'ਚ ਜਾਣ ਦੀ ਤਾਂ ਲੋੜ ਨਹੀਂ ਆ, ਬਟ ਕਈ ਵਾਰ ਤੁਹਾਨੂੰ ਇਹੋ ਜਿਹੇ ਪ੍ਰਸ਼ਨ ਦੇਖਣ ਨੂੰ ਮਿਲ ਜਾਂਦੇ ਆ, ਐਂਡ ਜਿਹੜੇ ਕਿ 70 ਤੋਂ 80 ਪੇਜ ਪੜ੍ਹਨ ਤੋਂ ਬਾਅਦ ਸਾਰੇ ਕਵਰ ਹੋ ਜਾਣਗੇ। ਸਹੀ ਜਵਾਬ ਦੱਸੋ। ਫਿਟਕਾਰਵਾਚਕ, ਹੈਰਾਨੀਵਾਚਕ, ਸੂਚਨਾਵਾਚਕ, ਜਾਂ ਫਿਰ ਸ਼ੋਕਵਾਚਕ ਵਿਸਮਿਕ। ਅਫਸੋਸ ਜਿਹੜਾ ਸ਼ਬਦ ਹੈਗਾ ਜੀ, ਇਹ ਕਿਹੜੀ ਕਿਸਮ ਦਾ ਵਿਸਮਿਕ ਹੈ? ਇਹ ਹੈਗਾ ਜੀ ਸ਼ੋਕਵਾਚਕ ਵਿਸਮਿਕ। ਆਪਸ਼ਨ ਨੰਬਰ ਡੀ ਜਵਾਬ ਨੂੰ ਤੁਸੀਂ ਲਗਾ ਸਕਦੇ ਹੋ ਟਿਕ। ਚੱਲਦੇ ਹਾਂ ਅਗਲੇ ਸ਼ਬਦ ਦੇ ਉੱਤੇ, ਅਗਲੇ ਪ੍ਰਸ਼ਨ ਦੇ ਉੱਤੇ। ਸੈਕੰਡ ਲਾਸਟ ਪ੍ਰਸ਼ਨ ਹੈ ਜੀ, ਤਰਕਾਲਾ ਸ਼ਬਦ ਦਾ ਸਮਾਨ ਅਰਥਕ ਕੀ ਹੈ ਜੀ? ਸ਼ਾਮ, ਅੰਮ੍ਰਿਤ ਵੇਲਾ, ਸਵੇਰ, ਜਾਂ ਫਿਰ ਦੇਰ। ਤਰਕਾਲਾ ਸ਼ਬਦ ਦਾ ਸਮਾਨ ਅਰਥਕ ਕੀ ਹੈ ਜੀ? ਆਪਸ਼ਨ ਨੰਬਰ ਏ ਸ਼ਾਮ। ਇਹ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ। ਚੱਲਦੇ ਹਾਂ ਲਾਸਟ ਪ੍ਰਸ਼ਨ ਦੇ ਉੱਤੇ। ਮਹਾਤਮਾ ਸ਼ਬਦ ਜਿਹੜਾ ਹੈਗਾ ਜੀ, ਇਹਦੇ ਵਿੱਚ ਕਿਹੜੇ ਅਗੇਤਰ ਦੀ ਵਰਤੋਂ ਕੀਤੀ ਗਈ ਆ? ਸੋ ਇਹਦਾ ਜਿਹੜਾ ਸਹੀ ਜਵਾਬ ਕੀ ਬਣੇਗਾ ਜੀ? ਤਮਾ, ਮਹ, ਮ, ਮਹਾ। ਸੋ ਸਹੀ ਜਵਾਬ ਬਣੇਗਾ ਜੀ ਇਹਦਾ ਮਹਾ। ਆਪਸ਼ਨ ਨੰਬਰ ਡੀ ਜਵਾਬ ਨੂੰ ਤੁਸੀਂ ਲਗਾ ਸਕਦੇ ਹੋ ਟਿਕ, ਐਂਡ ਇਹ ਤੁਹਾਡਾ ਸਹੀ ਜਵਾਬ ਸੀ। ਇੱਥੇ ਤੁਹਾਡੇ 15 ਵਿੱਚੋਂ ਕਿੰਨੇ ਨੰਬਰ ਬਣੇ ਨੇ? ਮੈਂ ਤਾਂ ਉਮੀਦ ਕਰੂੰਗਾ ਵੀ ਲਗਭਗ ਸਾਰਿਆਂ ਦੇ ਹੀ 15 ਬਣੇ ਹੋਣੇ ਆ, ਬਟ ਜੇਕਰ ਤੁਹਾਡੇ 13 ਜਾਂ ਫਿਰ 14 ਬਣੇ ਆ ਤਾਂ ਵੀ ਵੈਰੀ ਗੁੱਡ। ਸੋ ਦੋਸਤੋ, ਇਸ ਨੋਟ ਨਾਲ ਹੀ ਮੈਨੂੰ ਦਿਓ ਇਜਾਜ਼ਤ। ਵੈਸੇ ਇਸ ਵੀਡੀਓ ਨੂੰ ਮੈਂ ਦੂਜੀ ਵਾਰ ਰਿਕਾਰਡ ਕਰ ਰਿਹਾ ਮਾਰਨਿੰਗ ਦੇ ਟਾਈਮ। ਪਹਿਲੀ ਵੀਡੀਓ ਸੇਵ ਨਹੀਂ ਹੋਈ, ਉਹਦੇ ਵਿੱਚ ਆਡੀਓ ਨਹੀਂ ਆਈ,
ਸੋ ਦੋਸਤੋ ਕੋਈ ਗੱਲ ਨਹੀਂ, ਤੁਹਾਡੇ ਲਈ ਐਫਰਟ ਜਿੰਨਾ ਮੇਰੇ ਵੱਲੋਂ ਹੋਊਗਾ ਮੈਂ ਤਾਂ ਕਰ ਰਿਹਾ, ਤੁਸੀਂ ਵੀ ਕਰੋ। ਐਂਡ ਛੇਤੀ ਪੀਐਸ ਟੈਟ ਦਾ ਪੇਪਰ ਹੋਵੇ, ਤੁਸੀਂ ਫਿਰ ਪੇਪਰ ਕਲੀਅਰ ਕਰਕੇ ਆਪਦੇ ਮਾਸਟਰ ਕਾਡਰ ਜਾਂ ਫਿਰ ਏਚਟੀ ਕਾਡਰ ਦੀ ਤਿਆਰੀ ਕਰੋ। ਸੋ ਦੋਸਤੋ ਇਸ ਨੋਟ ਨਾਲ ਹੀ ਮੈਨੂੰ ਦਿਓ ਇਜਾਜ਼ਤ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ਬlesਸ ਯੂ ਆਲ।